सलोक करण कारण प्रभ एक है, दूसर नाही कोय। कारण कारण ਸਾਰਿਆਂ ਹੀ ਕਾਰਨਾਂ ਨੂੰ ਕਰਨ ਵਾਲਾ, ਜਾਂ ਕਹਿ ਦਈਏ ਜਗਤ ਦੀ ਰਚਨਾ ਬਣਾਉਣ ਵਾਲਾ ਇੱਕੋ ਇੱਕ ਅਕਾਲ ਪੁਰਖ ਹੈ। ਦੂਸਰ ਨਾਹੀ ਕੋਏ, ਕੋਈ ਦੂਜਾ ਨਹੀਂ ਹੈ। ਨਾਨਕ ਤਿਸ ਬਲਿਹਾਰਣ, ਜਲ ਥਲ ਮਹੀਅਲ ਸੋਏ। हे ਨਾਨਕ, ਮੈਂ ਉਸ ਪਰਮਾਤਮਾ ਤੋਂ ਸਦਕੇ ਹਾਂ ਜਿਹੜਾ ਜਲ ਦੇ ਵਿੱਚ, ਥਲ ਤੋਂ ਭਾਵ ਧਰਤੀ ਦੇ ਉੱਪਰ, ਮਹੀਅਲ ਤੋਂ ਭਾਵ ਆਕਾਸ਼ ਦੇ ਵਿੱਚ ਵਿਆਪਕ ਹੈ, ਮੌਜੂਦ ਹੈ। ਅਸ਼ਟਪਦੀ ਕਰਨ ਕਰਾਵਨ ਕਰਨ ਜੋਗ। ਕਰਨ ਵਾਲਾ ਤੇ ਕਰਾਵਣ ਵਾਲਾ। ਕਰਨ ਹੈ ਜੋਗ ਬਣਾਉਣ ਵਾਲਾ। ਪਰਮਾਤਮਾ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਜੀਆਂ ਨੂੰ ਕੰਮ ਕਰਨ ਲਈ ਪ੍ਰੇਰਨ ਜੋਗਾ ਵੀ ਹੈ। ਜੋ ਤਿਸ ਭਾਵੈ ਸੋਈ ਹੋਗ, ਉਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ। ਖਿਨ ਮਹਿ ਥਾਪ ਉਥਾਪਨ ਹਾਰਾ। ਖਿਨ ਭਾਵ ਪਲਾਂ ਦੇ ਵਿੱਚ ਹੀ, ਅੱਖ ਦੇ ਫੋਰ ਵਿੱਚ ਜਗਤ ਨੂੰ ਪੈਦਾ ਕਰਕੇ ਨਾਸ ਭੀ ਕਰਨ ਵਾਲਾ ਹੈ। ਥਾਪ ਤੋਂ ਭਾਵ ਥਾਪਣਾ, ਪੈਦਾ ਕਰਨਾ। ਉਥਾਪਨ ਤੋਂ ਭਾਵ ਨਾਸ ਕਰਨਾ। ਉਥਾਪਨ ਹਾਰਾ, ਜਿਹੜਾ ਨਾਸ ਕਰਨ ਵਾਲਾ ਹੈ। ਅੰਤ ਨਹੀਂ ਕਿਛ ਪਾਰਾਵਾਰਾ। ਪਾਰਾਵਾਰਾ ਤੋਂ ਭਾਵ ਸਟਾਰਟਿੰਗ ਤੇ ਐਂਡਿੰਗ। ਉਰਲਾ ਬੰਨਾ ਤੇ ਪਰਲਾ ਬੰਨਾ ਪਤਾ ਹੀ ਨਹੀਂ ਕਿੰਨਾ ਹੈ। ਉਸ ਦੀ ਤਾਕਤ ਦਾ ਕੋਈ ਹੱਦ ਬੰਨਾ ਨਹੀਂ ਹੈ। ਹੁਕਮੇ ਧਾਰ ਆਧਰ ਰਹਾਵੈ। ਪਰਮਾਤਮਾ ਨੇ ਸ੍ਰਿਸ਼ਟੀ ਨੂੰ ਧਾਰ ਤੋਂ ਭਾਵ ਟਿਕਾ ਕੇ, ਆਧਰ, ਧਾਰ ਕਹਿੰਦੇ ਨੇ ਆਸਰੇ ਨੂੰ, ਆਧਾਰ ਤੋਂ ਭਾਵ ਬਿਨਾਂ ਆਸਰੇ ਤੋਂ। ਪਰਮਾਤਮਾ ਨੇ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿੱਚ ਪੈਦਾ ਕਰਕੇ ਬਿਨਾਂ ਕਿਸੇ ਆਸਰੇ ਟਿਕਾ ਕੇ ਰੱਖਿਆ ਹੈ। ਹੁਕਮੇ ਉਪਜੈ ਹੁਕਮ ਸਮਾਵੈ। ਜਗਤ ਉਸ ਦੇ ਹੁਕਮ ਵਿੱਚ ਪੈਦਾ ਹੁੰਦਾ ਹੈ ਤੇ ਹੁਕਮ ਵਿੱਚ ਲੀਨ ਹੋ ਜਾਂਦਾ ਹੈ। ਹੁਕਮੇ ਊਚ ਨੀਚ ਵਿਵਹਾਰ। ਵਿਵਹਾਰ ਕਹਿੰਦੇ ਹਨ ਵਰਤਾਰੇ ਨੂੰ। ਜਗਤ ਦੇ ਵਿੱਚ ਇਹ ਜਿਹੜਾ ਵਰਤਾਰਾ ਹੁੰਦਾ ਹੈ, ਕੋਈ ਉੱਚਾ ਹੈ, ਕੋਈ ਨੀਵਾਂ ਹੈ, ਇਹ ਸਭ ਉਸ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਹੁਕਮੇ ਅਨਕ ਰੰਗ ਪ੍ਰਕਾਰ। ਅਨੇਕਾਂ ਕਿਸਮਾਂ ਦੇ ਖੇਡ ਤਮਾਸ਼ੇ ਉਸ ਦੇ ਹੁਕਮ ਵਿੱਚ ਹੋ ਰਹੇ ਹਨ। ਕਰ ਕਰ ਦੇਖੈ ਆਪਣੀ ਵਡਿਆਈ। ਆਪਣੀ ਬਜ਼ੁਰਗੀ ਦੇ ਕੰਮ ਕਰ ਕਰਕੇ ਆਪ ਹੀ ਵੇਖ ਰਿਹਾ ਹੈ। ਨਾਨਕ ਸਭ ਮਹਿ ਰਹਿਆ ਸਮਾਈ। ਹੇ ਨਾਨਕ, ਪ੍ਰਭੂ ਸਭ ਜੀਵਾਂ ਵਿੱਚ ਵਿਆਪਕ ਹੈ। ਪ੍ਰਭ ਭਾਵੈ ਮਾਨੁਖ ਗਤ ਪਾਵੈ। ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂ ਮਨੁੱਖ ਨੂੰ ਉੱਚੀ ਆਤਮਿਕ ਅਵਸਥਾ ਬਖਸ਼ਦਾ ਹੈ। ਪ੍ਰਭ ਭਾਵੈ ਤਾਂ ਪਾਥਰ ਤਰਾਵੈ। ਪੱਥਰ ਦਿਲਾਂ ਨੂੰ ਵੀ ਤਾਰ ਲੈਂਦਾ ਹੈ ਜੇ ਉਸ ਨੂੰ ਚੰਗਾ ਲੱਗੇ।
ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਜੇ ਉਹਦਾ ਹੁਕਮ ਵਰਤ ਜਾਵੇ ਤਾਂ ਸਵਾਸਾਂ ਤੋਂ ਬਿਨਾਂ ਵੀ ਪ੍ਰਾਣੀ ਨੂੰ ਮੌਤ ਤੋਂ ਬਚਾ ਕੇ ਰੱਖਦਾ ਹੈ। ਪ੍ਰਭ ਭਾਵੈ ਤਾਂ ਹਰ ਗੁਣ ਭਾਖੈ। ਭਾਖੈ ਤੋਂ ਭਾਵ ਉਚਾਰਨ ਕਰਨਾ। ਜੇ ਉਸ ਦੀ ਮਿਹਰ ਹੋਵੇ ਤਾਂ ਹੀ ਕੋਈ ਜੀਵ ਪਰਮਾਤਮਾ ਦੇ ਗੁਣਾਂ ਦਾ ਵਖਿਆਨ ਕਰਦਾ ਹੈ, ਸਿਮਰਨ ਕਰਦਾ ਹੈ। ਪ੍ਰਭ ਭਾਵੈ ਤਾਂ ਪਤਿਤ ਉਧਾਰੈ। ਪਤਿਤ ਤੋਂ ਭਾਵ ਧਰਮ ਤੋਂ ਡਿੱਗੇ ਹੋਏ। ਜੇ ਅਕਾਲ ਪੁਰਖ ਦੀ ਰਜ਼ਾ ਹੋਵੇ ਤਾਂ ਗਿਰੇ ਹੋਏ ਮਨੁੱਖ ਵੀ ਵਿਕਾਰਾਂ ਤੋਂ ਬਚ ਜਾਂਦੇ ਹਨ। ਆਪ ਕਰੈ ਆਪਨ ਵਿਚਾਰੈ। ਜੋ ਕੁਝ ਕਰਦਾ ਹੈ ਆਪਨ ਵਿਚਾਰੈ ਤੋਂ ਭਾਵ ਆਪਣੇ ਵਿਚਾਰ ਅਨੁਸਾਰ। ਜੋ ਕੁਝ ਪਰਮਾਤਮਾ ਕਰਦਾ ਹੈ ਆਪਣੀ ਸਲਾਹ ਅਨੁਸਾਰ ਹੀ ਕਰਦਾ ਹੈ। ਦੋਹਾਂ ਸਿਰਿਆਂ ਕਾ ਆਪ ਸੁਆਮੀ। ਦੋਹਾਂ ਸਿਰਿਆਂ ਕਾ ਤੋਂ ਭਾਵ ਲੋਕ ਅਤੇ ਪਰਲੋਕ। ਪਰਮਾਤਮਾ ਆਪ ਹੀ ਲੋਕ ਪਰਲੋਕ ਦਾ ਮਾਲਕ ਹੈ। ਖੇਲੈ ਬਿਗਸੈ ਅੰਤਰਜਾਮੀ। ਉਹ ਸਭ ਦੇ ਦਿਲ ਦੀ ਜਾਣਨ ਵਾਲਾ ਆਪ ਜਗਤ ਖੇਡ ਖੇਡਦਾ ਹੈ ਅਤੇ ਇਸ ਨੂੰ ਵੇਖ ਕੇ ਖੁਸ਼ ਹੁੰਦਾ ਹੈ। ਬਿਗਸੈ ਤੋਂ ਭਾਵ ਖੁਸ਼ ਹੋਣਾ। ਅੰਤਰਜਾਮੀ ਅੰਦਰ ਦੀ ਜਾਣਨ ਵਾਲਾ। ਜੋ ਭਾਵੈ ਸੋ ਕਾਰ ਕਰਾਵੈ। ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਕੰਮ ਕਰਦਾ ਹੈ। ਨਾਨਕ ਦ੍ਰਿਸ਼ਟੀ ਅਵਰ ਨ ਆਵੈ। ਹੇ ਨਾਨਕ ਦ੍ਰਿਸ਼ਟੀ ਤੋਂ ਭਾਵ ਨਜ਼ਰ ਉਸ ਵਰਗਾ ਕੋਈ ਹੋਰ ਨਹੀਂ ਦਿਸਦਾ। ਕਹੋ ਮਾਨੁਖ ਤੇ ਕਿਆ ਹੋਏ ਆਵੈ। ਗੁਰੂ ਸਾਹਿਬ ਕਹਿੰਦੇ ਹਨ, ਦੱਸੋ ਮਨੁੱਖ ਪਾਸੋਂ ਆਪਣੇ ਆਪ ਕਿਹੜਾ ਕੰਮ ਹੋ ਸਕਦਾ ਹੈ। ਜੋ ਤਿਸ ਭਾਵੈ ਸੋਈ ਕਰਾਵੈ। ਅਸੀਂ ਆਮ ਤੌਰ 'ਤੇ ਸੁਣਿਆ ਹੋਵੇਗਾ ਕਿ ਇੱਕ ਪੱਤਾ ਵੀ ਉਸ ਪਰਮਾਤਮਾ ਦੀ ਮੌਜ ਤੋਂ ਬਿਨਾਂ ਨਹੀਂ ਹਿਲਦਾ। ਅਤੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਵੀ ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਜੀਵ ਪਾਸੋਂ ਕਰਾਉਂਦਾ ਹੈ। ਇਸ ਕੈ ਹਾਥ ਹੋਏ ਤਾਂ ਸਭ ਕਿਛ ਲੈ। ਗੁਰੂ ਸਾਹਿਬ ਕਹਿੰਦੇ ਨੇ ਜੇ ਇਨਸਾਨ ਦੇ ਹੱਥ ਦੇ ਵਿੱਚ ਕੁਛ ਹੋਵੇ ਤਾਂ ਇਹ ਹਰੇਕ ਚੀਜ਼ ਨਾ ਸਾਂਭ ਕੇ ਬੈਠ ਜਾਵੇ। ਇਸ ਕਾ ਹਾਥ ਹੋਏ, ਜੇ ਇਹਦੇ ਹੱਥ ਵਿੱਚ ਹੋਵੇ ਸਭ ਕੁਛ ਤਾਂ ਸਭ ਕੁਛ ਲੈ। ਜੋ ਇਹਨੂੰ ਪਸੰਦ ਹੈ ਉਹ ਰੱਖ ਲਵੇ ਆਪਣੇ ਕੋਲ। ਜੋ ਤਿਸ ਭਾਵੈ ਸੋਈ ਕਰੇ। ਪਰ ਪਰਮਾਤਮਾ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਭਾਉਂਦਾ ਹੈ। ਅਨ ਜਾਣਤ ਬਿਖਿਆ ਮਹਿ ਰਚੈ। ਗੁਰੂ ਸਾਹਿਬ ਕਹਿੰਦੇ ਹਨ ਅਣਜਾਣਤ, ਨਾ ਜਾਣਦਾ ਹੋਇਆ, ਮੂਰਖ ਹੋਣ ਕਰਕੇ ਮਨੁੱਖ ਮਾਇਆ ਵਿੱਚ ਰੁੱਝ ਜਾਂਦਾ ਹੈ। ਜੇ ਜਾਣਤ ਆਪਨ ਆਪ ਬਚੈ। ਜਾਣਤ ਤੋਂ ਭਾਵ ਸਮਝ ਵਾਲਾ। ਜੇ ਸਮਝ ਵਾਲਾ ਹੋਵੇ ਤਾਂ ਆਪਣੇ ਆਪ ਇਸ ਤੋਂ ਬਚਿਆ ਰਹੇ, ਵਿਖਿਆ ਤੋਂ, ਮਾਇਆ ਤੋਂ। ਭਰਮੇ ਭੂਲਾ ਦਹਿ ਦਿਸ ਧਾਵੈ। ਪਰ ਇਸ ਦਾ ਮਨ ਭੁਲੇਖੇ ਵਿੱਚ ਭੁੱਲਾ ਹੋਇਆ ਮਾਇਆ ਦੀ ਖਾਤਰ ਦਸੀਂ ਪਾਸੀ ਦੌੜਦਾ ਹੈ। ਦਹਿ ਦਿਸ ਤੋਂ ਭਾਵ ਦਸੀਂ ਪਾਸੀ, 10 ਦਿਸ਼ਾਵਾਂ।
ਨਿਮਖ ਮਾਹੇ ਚਾਰ ਕੁੰਟ ਫਿਰ ਆਵੈ। ਨਿਮਖ ਕਹਿੰਦੇ ਹਨ ਛੋਟੇ ਤੋਂ ਛੋਟਾ ਸਮਾਂ। ਅੱਖ ਦੇ ਫੋਰ ਵਿੱਚ ਚਹੁੰ ਕੁੰਟਾਂ ਵਿੱਚ ਭੱਜ ਦੌੜ ਆਉਂਦਾ ਹੈ ਮਨ ਕਰਕੇ। ਚਾਰ ਕੁੰਟ ਜਿਹੜਾ ਆਪਾਂ ਚਾਰ ਦਿਸ਼ਾਵਾਂ ਕਹਿੰਦੇ ਹਨ। ਕਰ ਕਿਰਪਾ ਜਿਸ ਆਪਣੀ ਭਗਤ ਦੇ। ਪ੍ਰਭੂ ਮਿਹਰ ਕਰਕੇ ਜਿਸ ਜਿਸ ਮਨੁੱਖ ਨੂੰ ਆਪਣੀ ਭਗਤੀ ਬਖਸ਼ਦਾ ਹੈ, ਨਾਨਕ ਤੇ ਜਨ ਨਾਮ ਮਿਲੇ। ਹੇ ਨਾਨਕ, ਉਹ ਮਨੁੱਖ ਨਾਮ ਵਿੱਚ ਟਿਕੇ ਰਹਿੰਦੇ ਹਨ। ਖਿਨ ਮਹਿ ਨੀਚ ਗੀਟ ਕਉ ਰਾਜ। ਖਿਣ ਵਿੱਚ ਪ੍ਰਭੂ ਕੀੜੇ ਵਰਗੇ ਨੀਵੇਂ ਮਨੁੱਖ ਨੂੰ ਰਾਜ ਦੇ ਦਿੰਦਾ ਹੈ। ਜਿਨ੍ਹਾਂ ਨੂੰ ਕੋਈ ਨਹੀਂ ਸਿਆਣਦਾ, ਉਹਨਾਂ 'ਤੇ ਕਿਰਪਾ ਕਰਕੇ ਉਹਨਾਂ ਨੂੰ ਵੀ ਰਾਜੇ ਬਣਾ ਦਿੰਦਾ ਹੈ। ਪਾਰ ਬ੍ਰਹਮ ਗਰੀਬ ਨਿਵਾਜ। ਗਰੀਬਾਂ ਨੂੰ ਨਿਵਾਜਣ ਵਾਲਾ, ਗਰੀਬਾਂ ਦੇ ਉੱਪਰ ਮਿਹਰ ਕਰਨ ਵਾਲਾ ਉਹ ਪਰਮਾਤਮਾ ਹੈ। ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ। ਜਿਹਦਾ ਕੋਈ ਗੁਣ ਦੇਖਣ ਨੂੰ ਨਹੀਂ ਮਿਲਦਾ, ਜਿਸ ਮਨੁੱਖ ਦਾ ਕੋਈ ਗੁਣ ਨਹੀਂ ਦਿਸ ਆਉਂਦਾ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ। ਉਸ ਨੂੰ ਪਲਕ ਵਿੱਚ ਦਸੀਂ ਪਾਸੀਂ ਪ੍ਰਗਟਾ ਦਿੰਦਾ ਹੈ, ਭਾਵ ਮਸ਼ਹੂਰ ਕਰ ਦਿੰਦਾ ਹੈ। ਜਾ ਕਉ ਆਪਣੀ ਕਰੈ ਬਖਸ਼ੀਸ। ਬਖਸ਼ੀਸ਼ ਤੋਂ ਭਾਵ ਦਇਆ, ਕਿਰਪਾ। ਜਿਸ ਮਨੁੱਖ 'ਤੇ ਜਗਤ ਦਾ ਮਾਲਕ ਪ੍ਰਭੂ ਆਪਣੀ ਕਿਰਪਾ ਕਰਦਾ ਹੈ, ਤਾਂ ਕਾ ਲੇਖਾ ਨ ਗਨੈ ਜਗਦੀਸ਼। ਉਸ ਦੇ ਕਰਮਾਂ ਦਾ ਲੇਖਾ ਨਹੀਂ ਗਿਣਿਆ ਜਾਂਦਾ। ਜੀਉ ਪਿੰਡ ਸਭ ਤਿਸ ਕੀ ਰਾਸ। ਹੈ ਇਹ ਜਿੰਦ ਤੇ ਸਰੀਰ, ਜੀਉ ਪਿੰਡ, ਸਭ ਉਸ ਪ੍ਰਭੂ ਦੀ ਹੀ ਦਿੱਤੀ ਹੋਈ ਪੂੰਜੀ ਹੈ। ਘਟ ਘਟ ਪੂਰਨ ਬ੍ਰਹਮ ਪ੍ਰਗਾਸ। ਘਟ ਘਟ ਤੋਂ ਭਾਵ ਹਰੇਕ ਸਰੀਰ ਦੇ ਵਿੱਚ, ਪੂਰਨ ਵਿਆਪਕ, ਪ੍ਰਗਾਸ ਚਾਨਣ। ਹਰੇਕ ਸਰੀਰ ਵਿੱਚ ਵਿਆਪਕ ਪ੍ਰਭੂ ਦਾ ਹੀ ਜਲਵਾ ਜਾਂ ਚਾਨਣ ਹੈ। ਆਪਣੀ ਬਣਤ ਆਪ ਬਣਾਈ। ਇਹ ਜਗਤ ਰਚਨਾ ਉਸਨੇ ਆਪ ਰਚੀ ਹੈ। ਨਾਨਕ ਜੀਵੈ ਦੇਖ ਬੜਾਈ। ਜੀਵੈ ਤੋਂ ਭਾਵ ਪ੍ਰਸੰਨ ਹੋ ਰਿਹਾ ਹੈ। ਹੇ ਨਾਨਕ, ਆਪਣੀ ਇਸ ਬਜ਼ੁਰਗੀ ਨੂੰ ਆਪ ਵੇਖ ਕੇ ਖੁਸ਼ ਹੋ ਰਿਹਾ ਹੈ। ਇਸ ਕਾ ਬਲ ਨਾਹੀਂ ਇਸ ਹਾਥ। ਬਲ ਕਹਿੰਦੇ ਹਨ ਤਾਕਤ ਨੂੰ, ਜ਼ੋਰ ਨੂੰ। ਇਸ ਜੀਵ ਦੀ ਤਾਕਤ ਇਸ ਦੇ ਆਪਣੇ ਹੱਥ ਨਹੀਂ ਹੈ। ਕਰਨ ਕਰਾਵਨ ਸਰਬ ਕੋ ਨਾਥ। ਕਰਨ ਵਾਲਾ ਤੇ ਕਰਾਵਣ ਵਾਲਾ। ਨਾਥ ਕਹਿੰਦੇ ਹਨ ਮਾਲਕ ਨੂੰ। ਸਭ ਜੀਵਾਂ ਦਾ ਮਾਲਕ ਪ੍ਰਭੂ ਆਪ ਸਭ ਕੁਛ ਕਰਨ ਕਰਾਉਣ ਦੇ ਸਮਰੱਥ ਹੈ। ਆਗਿਆਕਾਰੀ ਬਪਰਾ ਜੀਓ। ਆਗਿਆਕਾਰੀ ਭਾਵ ਹੁਕਮ ਦੇ ਵਿੱਚ ਰਹਿ ਕੇ ਕੰਮ ਕਰਨ ਵਾਲਾ। ਬਪਰਾ ਤੋਂ ਭਾਵ ਵਿਚਾਰਾ। ਜੀਓ ਜੀਵ। ਵਿਚਾਰਾ ਜੀਵ ਪ੍ਰਭੂ ਦੇ ਹੁਕਮ ਵਿੱਚ ਹੀ ਤੁਰਨ ਵਾਲਾ ਹੈ।
ਇਹ ਉਸ ਦੀ ਆਪਣੀ ਮੈਂ ਹੈ, ਜਿਸ ਕਰਕੇ ਉਹ ਪ੍ਰਮਾਤਮਾ ਤੋਂ ਦੂਰ ਹੈ। ਜੋ ਤਿਸ ਭਾਵੈ ਸੋਈ ਫੁਨ ਥੀਓ, ਕਿਉਂਕਿ ਹੁੰਦਾ ਉਹੀ ਹੈ ਜੋ ਉਸ ਪ੍ਰਭੂ ਨੂੰ ਭਾਉਂਦਾ ਹੈ। ਕਬਹੂ ਊਚ ਨੀਚ ਮਹਿ ਬਸੈ, ਮਨ ਦੀ ਦਸ਼ਾ ਕਦੇ ਉੱਚੀ ਕਦੇ ਨੀਵੀਂ ਹੁੰਦੀ ਹੈ, ਜਾਂ ਇਉਂ ਵੀ ਕਹਿ ਸਕਦੇ ਹਨ ਉੱਚੀਆਂ ਨੀਵੀਆਂ ਜੂਨਾਂ ਦੇ ਵਿੱਚ, ਜਾਂ ਫਿਰ ਉੱਚੇ ਨੀਵੇਂ ਅਸਥਾਨ ਦੇ ਵਿੱਚ ਵੀ ਵਸਦਾ ਹੈ। ਕਬਹੂ ਸੋਗ ਹਰਖ ਰੰਗ ਹਸੈ, ਕਦੇ ਤਾਂ ਚਿੰਤਾ ਦੇ ਵਿੱਚ ਵਸਦਾ ਹੈ, ਕਦੇ ਖੁਸ਼ੀਆਂ ਦੇ ਵਿੱਚ ਰਹਿੰਦਾ ਹੈ, ਮੌਜ ਮਾਣਦਾ ਹੈ। ਹਰਖ ਕਹਿੰਦੇ ਹਨ ਖੁਸ਼ੀ ਨੂੰ। ਕਬਹੂ ਨਿੰਦ ਚਿੰਦ ਵਿਵਹਾਰ, ਕਦੇ ਤਾਂ ਦੂਜਿਆਂ ਦੀ ਨਿੰਦ ਤੋਂ ਭਾਵ ਨਿੰਦਾ, ਚਿੰਦ ਤੋਂ ਭਾਵ ਵਿਚਾਰ, ਨਿੰਦਾ ਦੀ ਵਿਚਾਰ, ਦੂਜਿਆਂ ਦੀ ਨਿੰਦਾ ਵਿਚਾਰਨ ਦੇ ਵਿੱਚ ਹੀ ਵਿਹਾਰ ਬਣਾਈ ਬੈਠਾ ਹੈ। ਵਿਵਹਾਰ ਤੋਂ ਭਾਵ ਵਤੀਰਾ, ਵਿਵਹਾਰ। ਕਬਹੂ ਊਭ ਆਕਾਸ ਪਿਆਲ, ਊਭ ਕਹਿੰਦੇ ਹਨ ਉੱਚਾ, ਪਿਆਲ ਕਹਿੰਦੇ ਹਨ ਪਤਾਲ। ਕਦੇ ਖੁਸ਼ੀ ਦੇ ਕਾਰਨ ਆਕਾਸ਼ ਵਿੱਚ ਅਵਸਥਾ ਉੱਚੀ, ਕਦੇ ਗਮ ਚਿੰਤਾ ਦੇ ਵਿੱਚ ਅਵਸਥਾ ਨੀਵੀਂ ਤੋਂ ਭਾਵ ਪਤਾਲ ਦੇ ਵਿੱਚ, ਜਾਂ ਕਹਿ ਲਈਏ ਚੜ੍ਹਦੀ ਕਲਾ ਢਹਿੰਦੀ ਕਲਾ। ਕਬਹੂ ਬੇਤਾ ਬ੍ਰਹਮ ਵਿਚਾਰ, ਬੇਤਾ ਤੋਂ ਭਾਵ ਜਾਣਨ ਵਾਲਾ, ਰੱਬੀ ਵਿਚਾਰ, ਬ੍ਰਹਮ ਵਿਚਾਰ। ਕਦੇ ਆਪ ਹੀ ਰੱਬੀ ਵਿਚਾਰ ਦਾ ਮਹਿਰਮ ਹੈ। ਨਾਨਕ ਆਪ ਮਿਲਾਵਣ ਹਾਰ, ਹੇ ਨਾਨਕ ਜੀਵਾਂ ਨੂੰ ਆਪਣੇ ਵਿੱਚ ਮੇਲਣ ਵਾਲਾ ਆਪ ਹੀ ਹੈ। ਕਬਹੂ ਨਿਰਤ ਕਰੈ ਬਹੁ ਭਾਂਤ, ਨਿਰਤ ਕਹਿੰਦੇ ਹਨ ਨਾਚ ਨੂੰ, ਭਾਂਤ ਕਹਿੰਦੇ ਹਨ ਕਿਸਮ ਨੂੰ। ਪ੍ਰਭੂ ਜੀਵਾਂ ਵਿੱਚ ਵਿਆਪਕ ਹੋ ਕੇ ਕਦੇ ਕਈ ਕਿਸਮਾਂ ਦੇ ਨਾਚ ਕਰ ਰਿਹਾ ਹੈ। ਕਬਹੂ ਸੋਏ ਰਹੈ ਦਿਨ ਰਾਤ, ਕਦੇ ਦਿਨ ਅਤੇ ਰਾਤ ਆਲਸ ਦੇ ਵਿੱਚ ਸੁੱਤਾ ਰਹਿੰਦਾ ਹੈ। ਕਬਹੂ ਮਹਾ ਕ੍ਰੋਧ ਵਿਕਰਾਲ, ਵਿਕਰਾਲ ਕਹਿੰਦੇ ਹਨ ਭਿਆਨਕ ਨੂੰ। ਕਦੇ ਕ੍ਰੋਧ ਵਿੱਚ ਆ ਕੇ ਬੜਾ ਭਿਆਨਕ ਰੂਪ ਧਾਰ ਲੈਂਦਾ ਹੈ। ਕਬਹੂ ਸਰਬ ਕੀ ਹੋਤ ਰਵਾਲ, ਕਦੇ ਗਰੀਬ ਜਿਹਾ ਬਣ ਜਾਂਦਾ ਹੈ, ਜੀਵਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ ਵੀ ਮੇਰੇ ਤਾਂ ਕੋਈ ਜ਼ੋਰ ਹੀ ਨਹੀਂ ਹੈ, ਜੋ ਕੁਛ ਕਰਦਾ ਪ੍ਰਮਾਤਮਾ ਹੀ ਕਰਦਾ ਹੈ। ਕਬਹੂ ਹੋਏ ਬਹੈ ਵੱਡ ਰਾਜਾ, ਵੱਡ ਤੋਂ ਭਾਵ ਵੱਡਾ, ਕਦੇ ਵੱਡਾ ਰਾਜਾ ਬਣ ਬੈਠਦਾ ਹੈ। ਕਬਹੂ ਭਿਖਾਰੀ ਨੀਚ ਕਾ ਸਾਜਾ, ਇੱਥੇ ਧਿਆਨ ਦੇਣਾ ਸੰਗਤ ਜੀ, ਹਰੇਕ ਤੁਕ ਦੇ ਵਿੱਚ ਕਬਹੂ ਹਾਹੇ ਨੂੰ ਦੁਲੈਂਕੜ ਹੈ, ਅਤੇ ਜਿਹੜੀ ਇਹ ਤੁਕ ਆਈ ਹੈ ਕਬਹੂ, ਇੱਥੇ ਔਂਕੜ ਹੈ। ਅਤੇ ਕਬਹੂ ਭਿਖਾਰੀ ਨੀਚ ਕਾ ਸਾਜਾ, ਇੱਥੇ ਆਪਾਂ ਧਿਆਨ ਨਹੀਂ ਦਿੰਦੇ ਅਤੇ ਪਾਠ ਗਲਤ ਪੜ੍ਹ ਜਾਂਦੇ ਆ। ਕਦੇ ਇੱਕ ਨੀਵੀਂ ਜਾਤ ਦੇ ਮੰਗਤੇ ਦਾ ਸਾਂਗ ਬਣਾ ਰੱਖਿਆ ਹੈ ਵੀ ਮੈਂ ਬਹੁਤ ਗਰੀਬ ਹਾਂ। ਕਬਹੂ ਅਪਕੀਰਤ ਮਹਿ ਆਵੈ, ਅਪਕੀਰਤ ਭਾਵ ਬਦਨਾਮੀ, ਕਦੇ ਆਪਣੀ ਬਦਨਾਮੀ ਕਰਾ ਰਿਹਾ ਹੈ। ਕਬਹੂ ਭਲਾ ਭਲਾ ਕਹਾਵੈ, ਕਦੇ ਆਪਣੇ ਆਪ ਨੂੰ ਚੰਗਾ ਖਵਾਰਿਆ ਵੀ ਮੈਂ ਬਹੁਤ ਭਲਾ ਹਾਂ। ਗੁਰੂ ਸਾਹਿਬ ਕਹਿੰਦੇ ਹਨ ਜਿਉਂ ਪ੍ਰਭ ਰਾਖੈ ਤਿਵ ਹੀ ਰਹੈ,
ਜੀਵ ਉਸੇ ਤਰ੍ਹਾਂ ਜੀਵਨ ਬਤੀਤ ਕਰਦਾ ਹੈ ਜਿਵੇਂ ਪ੍ਰਭੂ ਕਰਾਉਂਦਾ ਹੈ। ਗੁਰ ਪ੍ਰਸਾਦ ਨਾਨਕ ਸੱਚ ਕਹੈ। ਹੇ ਨਾਨਕ, ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ ਸੱਚ ਕਹਿ ਤੋਂ ਭਾਵ ਪਰਮਾਤਮਾ ਨੂੰ ਸਿਮਰਦਾ ਹੈ। ਕਬਹੂ ਹੋਏ ਪੰਡਿਤ ਕਰੇ ਬਖਿਆਨ। ਸਰਵ ਵਿਆਪੀ ਪ੍ਰਭੂ ਕਦੇ ਪੰਡਿਤ ਬਣ ਕੇ ਦੂਜਿਆਂ ਨੂੰ ਉਪਦੇਸ਼ ਕਰ ਰਿਹਾ ਹੈ। ਬਖਿਆਨ ਤੋਂ ਭਾਵ ਵਖਿਆਨ, ਉਪਦੇਸ਼। ਕਬਹੂ ਮੋਨ ਧਾਰੀ ਲਾਵੈ ਧਿਆਨ। ਮੌਨ ਕਹਿੰਦੇ ਹਨ ਚੁੱਪ ਰਹਿਣ ਨੂੰ, ਧਾਰੀ ਤੋਂ ਭਾਵ ਧਾਰਨ ਵਾਲਾ। ਕਦੇ ਮੌਨੀ ਸਾਧੂ ਹੋ ਕੇ ਸਮਾਧੀ ਲਾਈ ਬੈਠਾ ਹੈ। ਕਬਹੂ ਤਟ ਤੀਰਥ ਇਸਨਾਨ। ਤਟ ਕਹਿੰਦੇ ਹਨ ਨਦੀ ਦੇ ਕਿਨਾਰੇ ਨੂੰ। ਕਦੇ ਤੀਰਥਾਂ ਦੇ ਕਿਨਾਰੇ ਇਸ਼ਨਾਨ ਕਰ ਰਿਹਾ ਹੈ। ਕਬਹੂ ਸਿੱਧ ਸਾਧਕ ਮੁਖ ਗਿਆਨ। ਕਦੇ ਸਿੱਧ ਤੇ ਸਾਧਕ ਤੋਂ ਭਾਵ ਜਿਹੜੇ ਸਾਧਨਾ ਕਰਨ ਵਾਲੇ, ਉਹਨਾਂ ਦੇ ਰੂਪ ਦੇ ਵਿੱਚ ਮੂੰਹੋਂ ਗਿਆਨ ਦੀਆਂ ਗੱਲਾਂ ਕਰਦਾ ਹੈ। ਕਬਹੂ ਕੀਟ ਹਸਤ ਪਤੰਗ ਹੋਏ ਜੀਆ। ਕਦੇ ਕੀੜੇ, ਹਾਥੀ, ਪਤੰਗ ਤੋਂ ਭਾਵ ਪਤੰਗਾ ਜੀਵ ਬਣਿਆ ਹੋਇਆ ਹੈ। ਅਨਕ ਜੋਨ ਭਰਮੈ ਭਰਮਈਆ। ਭਰਮ ਤੋਂ ਭਾਵ ਭਟਕਣਾ, ਭਰਮਈਆ ਤੋਂ ਭਾਵ ਭਰਮ ਵਿੱਚ ਪਾਇਆ ਹੋਇਆ ਅਤੇ ਆਪਣਾ ਹੀ ਭਵਾਇਆ ਹੋਇਆ ਕਈ ਜੂਨਾਂ ਵਿੱਚ ਭਟਕ ਰਿਹਾ ਹੈ। ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ। ਸਵਾਂਗੀ ਕਹਿੰਦੇ ਹਨ ਐਕਟਰ ਨੂੰ, ਤਮਾਸ਼ਾ ਕਰਨ ਵਾਲੇ ਨੂੰ। ਬਹੁ ਰੂਪੀਏ ਵਾਂਗ ਕਈ ਤਰ੍ਹਾਂ ਦੇ ਰੂਪ ਵਿਖਾਰਿਆ ਹੈ। ਜਿਉਂ ਪ੍ਰਭ ਭਾਵੈ ਤਿਵੈ ਨਚਾਵੈ। ਜਿਉਂ ਪ੍ਰਭੂ ਨੂੰ ਭਾਉਂਦਾ ਹੈ ਤਿਵੇਂ ਜੀਵਾਂ ਨੂੰ ਨਚਾਉਂਦਾ ਹੈ। ਜੋ ਤਿਸ ਭਾਵੈ ਸੋਈ ਹੋਏ। ਉਹੀ ਹੁੰਦਾ ਹੈ ਜੋ ਉਸ ਮਾਲਕ ਨੂੰ ਚੰਗਾ ਲੱਗਦਾ ਹੈ। ਨਾਨਕ ਦੂਜਾ ਅਵਰ ਨਾ ਕੋਇ। ਹੇ ਨਾਨਕ, ਉਸ ਵਰਗਾ ਕੋਈ ਹੋਰ ਦੂਜਾ ਨਹੀਂ ਹੈ। ਕਬਹੂ ਸਾਧ ਸੰਗਤ ਇਹੋ ਪਾਵੈ। ਜਦੋਂ ਕਦੇ ਪ੍ਰਭੂ ਦੀ ਅੰਸ਼ ਇਹ ਜੀਵ ਸਤ ਸੰਗ ਦੇ ਵਿੱਚ ਪਹੁੰਚਦਾ ਹੈ, ਅੱਪੜਦਾ ਹੈ, ਉਸ ਅਸਥਾਨ 'ਤੇ ਬਾਹਰ ਨਾ ਆਵੈ। ਬਾਹਰ ਕਹਿੰਦੇ ਹਨ ਵਾਪਸ ਨੂੰ, ਮੁੜ ਕੇ। ਤਾਂ ਉਸ ਥਾਂ ਤੋਂ ਮੁੜ ਵਾਪਸ ਨਹੀਂ ਆਉਂਦਾ। ਸੰਗਤ ਦੇ ਵਿੱਚ ਕੀ ਮਿਲਦਾ ਹੈ? ਅੰਤਰ ਹੋਏ ਗਿਆਨ ਪ੍ਰਗਾਸ। ਗਿਆਨ ਦਾ ਪ੍ਰਕਾਸ਼, ਕਿਉਂਕਿ ਇਸ ਦੇ ਅੰਦਰ ਪ੍ਰਭੂ ਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਸਾਨੂੰ ਗੁਰੂ ਸਾਹਿਬ ਨੇ ਕਿਹਾ ਵੀ ਸੰਗਤ 2 ਟਾਈਮ ਕਰਨੀ ਹੈ, ਸਵੇਰੇ ਅਤੇ ਸ਼ਾਮ ਨੂੰ। ਪਰ ਸਾਡੀ ਐਸੀ ਹਾਲਾਤ ਹੋ ਚੁੱਕੀ ਹੈ ਕਿ ਅਸੀਂ ਇੱਕ ਵਾਰ ਵੀ ਸੰਗਤ ਦੇ ਵਿੱਚ ਹਾਜ਼ਰੀ ਨਹੀਂ ਭਰਦੇ, ਜੋ ਕਿ ਬਹੁਤ ਜ਼ਰੂਰੀ ਹੈ। ਸੰਗਤ ਦੇ ਵਿੱਚ ਬੈਠ ਕੇ ਆਉਣਾ, ਜਿੰਨਾ ਸਮਾਂ ਮਿਲੇ, ਘੱਟ ਤੋਂ ਘੱਟ ਜਾਂ ਵੱਧ ਤੋਂ ਵੱਧ, ਜਿੰਨਾ ਵੀ ਸਮਾਂ ਮਿਲੇ ਜ਼ਰੂਰ ਸੰਗਤ ਕਰਿਆ ਕਰੀਏ। ਉਸ ਅਸਥਾਨ ਕਾ ਨਹੀਂ ਵਿਨਾਸ਼। ਜਿਹੜੀ ਸੰਗਤ ਦੇ ਵਿੱਚ ਜਾ ਕੇ ਸਾਨੂੰ ਅਵਸਥਾ ਮਿਲਦੀ ਹੈ, ਉਹ ਗਿਆਨ ਦੇ ਪ੍ਰਕਾਸ਼ ਵਾਲੀ ਜਿਹੜੀ ਅਵਸਥਾ ਹੈ, ਉਹਦਾ ਕਦੇ ਨਾਸ ਨਹੀਂ ਹੁੰਦਾ।
ਮਨ ਤਨ ਨਾਮ ਰਤੇ ਇੱਕ ਰੰਗ। ਜਿਨ੍ਹਾਂ ਮਨੁੱਖਾਂ ਦੇ ਤਨ ਮਨ ਪ੍ਰਭੂ ਦੇ ਨਾਮ ਵਿੱਚ ਅਤੇ ਪਿਆਰ ਵਿੱਚ ਰਤੇ ਰਹਿੰਦੇ ਹਨ, ਸਦਾ ਬਸਹਿ ਪਾਰ ਬ੍ਰਹਮ ਕੈ ਸੰਗ। ਉਹ ਸਦਾ ਪ੍ਰਭੂ ਦੀ ਹਜ਼ੂਰੀ ਵਿੱਚ ਵਸਦੇ ਹਨ। ਜਿਉਂ ਜਲ ਮਹਿ ਜਲ ਆਏ ਖਟਾਨਾ। ਖਟਾਨਾ ਤੋਂ ਭਾਵ ਮਿਲਦਾ ਹੈ। ਜਿਵੇਂ ਆਪਾਂ ਪਾਣੀ ਨੂੰ ਪਾਣੀ ਦੇ ਵਿੱਚ ਮਿਲਾ ਦਈਏ, ਤਿਉਂ ਜੋਤੀ ਸੰਗ ਜੋਤ ਸਮਾਨਾ। ਤਿਵੇਂ ਸਤ ਸੰਗ ਵਿੱਚ ਟਿਕੇ ਹੋਏ ਮਨੁੱਖ ਦੀ ਆਤਮਾ ਪ੍ਰਭੂ ਦੀ ਜੋਤ ਵਿੱਚ ਲੀਨ ਹੋ ਜਾਂਦੀ ਹੈ। ਮਿਟ ਗਏ ਗਵਨ ਪਾਏ ਵਿਸਰਾਮ। ਵਿਸਰਾਮ ਤੋਂ ਭਾਵ ਟਿਕਾਣਾ, ਗਵਨ ਤੋਂ ਭਾਵ ਜਨਮ ਮਰਨ ਦੇ ਗੇੜ। ਜਿਹੜਾ ਮਨੁੱਖ ਸੰਗਤ ਕਰਦਾ ਹੈ, ਜਿਸ ਦੀ ਜੋਤੀ ਸੰਗ ਜੋਤ ਸਮਾ ਗਈ ਹੈ, ਗੁਰੂ ਸਾਹਿਬ ਕਹਿੰਦੇ ਹਨ ਉਸ ਦੇ ਜਨਮ ਮਰਨ ਦੇ ਫੇਰੇ ਮੁੱਕ ਜਾਂਦੇ ਹਨ। ਪ੍ਰਭੂ ਚਰਨਾਂ ਵਿੱਚ ਉਸ ਨੂੰ ਟਿਕਾਣਾ ਮਿਲ ਜਾਂਦਾ ਹੈ। ਨਾਨਕ ਪ੍ਰਭ ਕਾ ਸਦ ਕੁਰਬਾਨ। ਹੇ ਨਾਨਕ, ਪਰਮਾਤਮਾ ਤੋਂ